कौन कहता है कि विआह तो बाद या घरेलू घर गृहस्थी का जीवन शुरू करने तो बाद कोई ब्यूटी कॉन्टेस्ट नहीं जित सकता। इसका ताज़ा सबूत दिता सरगम कौशल ने, जिहड़े कि भारत तो ने ते भारत दे नां 21 साल बाद फिर तो उन्होंने मिसिस वर्ल्ड कॉन्टेस्ट अपने नाम कर ली है। 2017 ਦੇ ਵਿੱਚ ਮਨੂਸ਼ੀ ਸ਼ਿਲਰ ਦੇ ਨਾਮ ਇਹ ਖਿਤਾਬ ਗਿਆ ਸੀ। ਸੋ 6 ਵਾਰੀ ਇੰਡੀਆ ਨੇ ਮਿਸ ਵਰਲਡ ਦਾ ਖਿਤਾਬ ਆਪਣੇ ਨਾਂ ਕੀਤਾ। सरगम कौशल ने कहा कि मैं जम्मू कश्मीर तो हाँ, तो इत्थों ही पढ़ी हाँ, कॉन्वेंट स्कूल तो पढ़े हुए नहीं, पर मेरे लिए एक इस जगह ते रहने का चैलेंज ये सी कि मैनू कई चीज़ों दे विच मेहनत ज़्यादा करनी पई। A hand that rock the cradle rules the world। प्राइम वूमेन ਦੇ ਗੱਲਾਂ ਵਿੱਚੋਂ ਗੱਲ ਕੜੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ। ਕੌਣ ਕਹਿੰਦਾ ਹੈ ਕਿ ਵਿਆਹ ਤੋਂ ਬਾਅਦ ਜਾਂ ਘਰੇਲੂ ਘਰ ਗ੍ਰਸਤੀ ਦਾ ਜੀਵਨ ਸ਼ੁਰੂ ਕਰਨ ਤੋਂ ਬਾਅਦ ਕੋਈ ਬਿਊਟੀ ਕੰਟੈਸਟ ਨਹੀਂ ਜਿੱਤ ਸਕਦਾ। ਇਸ ਦਾ ਤਾਜ਼ਾ ਸਬੂਤ ਦਿੱਤਾ ਸਰਗਮ ਕੌਸ਼ਲ ਨੇ, ਜਿਹੜੇ ਕਿ ਭਾਰਤ ਤੋਂ ਨੇ ਤੇ ਭਾਰਤ ਦੇ ਨਾਂ 21 ਸਾਲ ਬਾਅਦ ਫਿਰ ਤੋਂ ਉਹਨਾਂ ਨੇ ਮਿਸਿਸ ਵਰਲਡ ਕੰਟੈਸਟ ਆਪਣੇ ਨਾਮ ਕਰ ਲਈ ਹੈ। 2022 ਦੀ ਜੇਤੂ ਸਰਗਮ ਕੌਸ਼ਲ, ਜਿਨ੍ਹਾਂ ਦੀ ਉਮਰ 32 ਸਾਲ ਹੈ, 5 ਸਾਲ ਹੋ ਗਏ ਨੇ ਉਹਨਾਂ ਦਾ ਵਿਆਹ ਹੋਏ ਨੂੰ, ਔਰ ਉਹਨਾਂ ਦੇ ਜਿਹੜੇ ਹਸਬੈਂਡ ਨੇ ਉਹ ਇੰਡੀਅਨ ਨੇਵੀ ਦੇ ਵਿੱਚ ਨੇ, ਔਰ ਬਹੁਤ ਹੀ ਖੂਬਸੂਰਤ ਢੰਗ ਨਾਲ ਉਹਨਾਂ ਨੇ ਇਸ कॉन्टेस्ट ਨੂੰ ਜਿੱਤ ਲਿਆ, ਜਿੱਥੇ 62 ਸੁੰਦਰੀਆਂ ਦੇ ਵਿੱਚੋਂ ਉਹਨਾਂ ਨੇ ਇਸ ਕੌਂਟੈਸਟ ਦੇ ਵਿੱਚ ਆਪਣੇ ਆਪ ਨੂੰ ਮਿਸਿਸ ਵਰਲਡ ਦਾ ਖਿਤਾਬ ਦਿਵਾਇਆ। ਉੱਥੇ ਨਾਲ ਹੀ ਨਾਲ ਉਹ ਬਹੁਤ ਹੀ ਸਹਿਜ ਕਾਮ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਵੀ ਆ ਰਹੇ ਆ, ਔਰ ਉਹਨਾਂ ਨੇ ਇਹ ਚੀਜ਼ ਕਹੀ ਆ ਕਿ ਮੈਂ ਮੇਰੇ ਨਾਲ ਜਿਹੜੇ ਮੇਰੇ ਕੰਪੀਟੀਟਰ ਸੀ ਜਾਂ ਜਿਹੜੀਆਂ ਦੂਜੀਆਂ ਵਿਸ਼ਵ ਸੁੰਦਰੀਆਂ ਸੀ, ਉਹ ਇਹੀ ਕਹਿ ਰਹੀਆਂ ਸੀ, ਜਿਹੜੇ ਬਾਕੀ ਵੱਖ-ਵੱਖ ਦੇਸ਼ਾਂ ਤੋਂ ਆਈਆਂ ਸੀ, ਕਿ ਸਰਗਮ ਹਰ ਸਿਚੁਏਸ਼ਨ ਦੇ ਵਿੱਚ ਕੂਲ ਤੇ ਕਾਮ ਹੈ। ਨਾਲ ਹੀ ਨਾਲ ਉਹਨਾਂ ਨੇ ਸਾਰਾ ਕ੍ਰੈਡਿਟ ਆਪਣੇ ਮਾਤਾ ਪਿਤਾ ਔਰ ਆਪਣੇ ਪਤੀ ਨੂੰ ਦਿੱਤਾ। ਉਹਨਾਂ ਨੇ ਕਿਹਾ ਕਿ ਜਿਹੜੇ ਮੇਰੇ ਪਿਛਲੇ ਜ਼ਿੰਦਗੀ ਦੇ 5 ਸਾਲ ਸੀ ਉਹ ਸਭ ਤੋਂ ਖੂਬਸੂਰਤ ਸੀ, ਔਰ ਮੇਰੇ ਪਤੀ ਨੇ ਇਸ ਦੇ ਵਿੱਚ ਮੇਰਾ ਪੂਰਾ ਸਹਿਯੋਗ ਦਿੱਤਾ। ਉਹਨਾਂ ਕਿਹਾ ਕਿ ਜਿੱਥੇ ਉਹ ਪਹਿਲਾਂ ਪੜ੍ਹਾਉਂਦੇ ਸੀ, ਕਿਉਂਕਿ ਉਹਨਾਂ ਨੇ MA ਲਿਟਰੇਚਰ ਇੰਗਲਿਸ਼ ਦੇ ਵਿੱਚ ਕੀਤੀ ਹੈ, ਇੰਗਲਿਸ਼ ਦੇ ਵਿੱਚ ਉਹਨਾਂ ਦੀ ਚੰਗੀ ਪਕੜ ਸੀ। ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਮੇਰੇ ਪਤੀ ਨੇ ਮੈਨੂੰ ਵਿਆਹ ਤੋਂ ਬਾਅਦ ਕੋਈ ਵੀ ਕੰਮ ਕਰਨ ਤੋਂ ਰੋਕਿਆ ਨਹੀਂ ਹੈ, ਉਹਨਾਂ ਦਾ ਪੂਰਾ ਸਮਰਥਨ ਮੈਨੂੰ ਰਿਹਾ, ਔਰ ਉਹ ਮਾਡਲ ਬਣਨਾ ਚਾਹੁੰਦੇ ਸੀ। ਵਿਆਹ ਤੋਂ ਪਹਿਲਾਂ ਉਹ ਕਹਿੰਦੇ ਕਿ ਮੇਰੇ 'ਚ ਕੌਨਫੀਡੈਂਸ ਦੀ ਕਮੀ ਸੀ, ਤੇ ਮੈਨੂੰ ਹੁਣ ਲੱਗਿਆ ਕਿ ਮੇਰਾ ਫੁੱਲ ਕੌਨਫੀਡੈਂਸ ਹੈ ਜਾਂ ਮੇਰਾ ਸਮਾਂ ਸਹੀ ਹੈ, ਇਸ ਲਈ ਮੈਂ ਇਹ ਖਿਤਾਬ ਜਿੱਤ ਲਿਆ। ਸੋ ਉਹ ਆਪਣੇ ਆਪ ਦੇ ਵਿੱਚ ਸਾਡੇ ਸਾਰਿਆਂ ਲਈ ਇੱਕ ਐਗਜ਼ਾਮਪਲ ਨੇ, ਕਿਉਂਕਿ ਅਕਸਰ ਅਸੀਂ ਸੋਚਦੇ ਹਾਂ ਅਸੀਂ ਜ਼ਿਆਦਾ ਤਵੱਜੋ ਜਿਹੜੀ ਉਹ ਮਿਸ ਕੌਂਟੈਸਟ ਦੇ ਉੱਤੇ ਜ਼ਿਆਦਾ ਦਿੰਦੇ ਹਾਂ, ਅਤੇ ਮਿਸਿਸ ਦੇ ਜਿਹੜੇ ਕੌਂਟੈਸਟ ਆ ਉਹਨਾਂ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਉਹਨਾਂ ਦਾ ਇੰਨੀ ਸਾਨੂੰ ਐਕਸਾਈਟਮੈਂਟ ਨਾਲ ਵੇਟ ਨਹੀਂ ਹੁੰਦੀ। ਪਰ ਹੁਣ ਕਿਉਂਕਿ ਉਹ ਖਿਤਾਬ ਲੈ ਕੇ ਗਏ ਨੇ, ਔਰ ਪਿੰਕ ਡਰੈਸ ਦੇ ਵਿੱਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੇ ਆ। ਨਾਲ ਹੀ ਨਾਲ ਉਹਨਾਂ ਨੂੰ ਮੋਰਨੀ ਵੀ ਕਿਹਾ ਜਾ ਰਿਹਾ, ਕਿਉਂਕਿ ਉਹਨਾਂ ਨੇ ਇਸ ਕੌਂਟੈਸਟ ਦੇ ਵਿੱਚ ਜਿਹੜੀ ਡਰੈਸ ਪਾਈ ਆ, ਇੱਕ ਭਾਰਤ ਦੀ ਜਿਹੜੀ ਨੈਸ਼ਨਲ ਡਰੈਸ ਆ, ਉਹਨਾਂ ਨੇ ਮੋਰਨੀ ਦੀ ਡਰੈਸ ਦੇ ਵਿੱਚ ਆਪਣੇ ਆਪ ਨੂੰ ਰੀਪ੍ਰਜੈਂਟ ਕੀਤਾ, ਬਹੁਤ ਖੂਬਸੂਰਤ ਲੁੱਕ ਦੇ ਵਿੱਚ, ਔਰ ਉਹਨਾਂ ਨੇ ਆਪਣੇ ਆਪ ਨੂੰ ਇੰਨਾ ਮੇਨਟੇਨ ਕਰਕੇ ਰੱਖਿਆ। ਨਾਲ ਹੀ ਨਾਲ ਉਹਨਾਂ ਨੇ ਇਹ ਕਿਹਾ ਕਿ ਇਹਦੇ 'ਚ ਮੇਰੀ 6 ਮਹੀਨਿਆਂ ਦੀ ਸਖਤ ਟ੍ਰੇਨਿੰਗ ਹੋਈ ਆ। ਇਸ ਟ੍ਰੇਨਿੰਗ ਦੇ ਵਿੱਚ ਜਿੱਥੇ ਸਿਰਫ ਖੂਬਸੂਰਤ ਹੋਣਾ ਨਹੀਂ, ਉਹਨਾਂ ਨੇ ਕਿਹਾ ਕਿ ਟ੍ਰੇਨਿੰਗ ਦੇ ਨਾਲ ਨਾਲ ਤੁਹਾਨੂੰ ਬਾਕੀ ਨੌਲੇਜ ਹੋਣੀ ਬਹੁਤ ਜ਼ਰੂਰੀ ਆ। ਤੁਹਾਡੇ ਆਲੇ ਦੁਆਲੇ ਕੀ ਹੋ ਰਿਹਾ, ਤੁਹਾਡੀ ਕਿੰਨੀ ਸੋਸ਼ਲ ਨੌਲੇਜ ਕਿੰਨੀ ਆ, ਤੁਹਾਡੀ ਲੈਂਗੁਏਜ 'ਤੇ ਕਿੰਨੀ ਪਕੜ ਆ, ਸਾਰੀਆਂ ਚੀਜ਼ਾਂ ਦੇ ਵਿੱਚ ਉਹ ਕਹਿੰਦੇ ਮੈਂ ਮਿਹਨਤ ਕੀਤੀ ਆ। ਪਰ ਜਿਉਂ ਹੀ ਉਹਨਾਂ ਨੇ ਖਿਤਾਬ ਜਿੱਤਿਆ, ਸਾਰੇ ਬਹੁਤ ਖੁਸ਼ ਨੇ, ਉਹਨਾਂ ਦੀਆਂ ਇੰਟਰਵਿਊਜ਼ ਕਰ ਰਹੇ ਨੇ। ਔਰ ਇੱਕ ਚੀਜ਼ ਹੋਰ ਉਹਨਾਂ ਨੇ ਬਹੁਤ ਸੋਹਣੀ ਕਹੀ ਆ, ਜਦੋਂ ਹੀ ਉਹਨਾਂ ਨੂੰ ਪੁੱਛਿਆ ਜਾ ਰਿਹਾ ਕਿ ਤੁਹਾਡੀ ਫਿਟਨੈਸ ਦਾ ਰਾਜ ਕੀ ਆ, ਤੁਸੀਂ ਕੀ ਖਾਂਦੇ ਹੋ, ਤੁਸੀਂ ਕੀ ਪੀਂਦੇ ਹੋ, ਤਾਂ ਉਹਨਾਂ ਨੇ ਕਿਹਾ ਕਿ ਮੈਂ ਸਾਰਾ ਕੁਛ ਖਾਂਦੀ ਹਾਂ, ਸਿਰਫ ਲਿਮਿਟ ਦੇ ਵਿੱਚ, ਕਿਉਂਕਿ ਮੈਂ ਆਪਣਾ ਪੋਰਸ਼ਨ ਡਿਸਾਈਡ ਕੀਤਾ ਹੋਇਆ, ਪਰ ਮੈਂ ਇੰਡੀਅਨ ਆਪਣੇ ਘਰ ਦਾ ਸਾਰਾ ਉਹ ਖਾਣਾ ਖਾਂਦੀ ਹਾਂ ਜਿਹੜੇ ਮੇਰੇ ਘਰ ਬਣਦਾ। ਉਹਨਾਂ ਦੇ ਮਾਤਾ ਜੀ, ਉਹਨਾਂ ਦੇ ਪਿਤਾ ਜੀ ਸਾਰੇ ਬਹੁਤ ਖੁਸ਼ ਨੇ। ਔਰ ਉਹਨਾਂ ਦੇ ਜਿਹੜੇ ਮਦਰ ਨੇ ਇੱਕ ਗੱਲ ਕਹੀ ਆ ਕਿ ਅਸੀਂ ਅਕਸਰ ਆਪਣੀਆਂ ਬੇਟੀਆਂ ਨੂੰ ਪਿੱਛੇ ਖਿੱਚ ਲੈਂਦੇ ਹਾਂ, ਜਾਂ ਅਸੀਂ ਕਿਸੇ ਵੀ ਉਮਰ ਦੇ ਵਿੱਚ ਚਾਹੇ ਬੱਚਾ ਮਿਸ ਆ ਜਾਂ ਮਿਸਿਸ ਬਣ ਗਿਆ, ਪਰ ਸਾਡੀ ਪੂਰੀ ਫੁੱਲ ਸਪੋਰਟ ਰਹੀ ਆ। ਔਰ ਇਹ ਚੀਜ਼ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਸੋਚਣ ਲਈ ਵੀ ਮਜਬੂਰ ਕਰ ਰਹੀ ਆ।
ਅਸੀਂ ਸੋਚਦੇ ਹਾਂ ਕਿ ਬੱਚਾ ਜਦੋਂ ਤੱਕ ਸਾਡੇ ਘਰ ਆ ਮਿਸ ਆ ਤਾਂ ਉਦੋਂ ਤੱਕ ਸਾਡੀ ਰਿਸਪੌਂਸਿਬਿਲਟੀ ਆ, ਪਰ ਉਹਨਾਂ ਦੇ ਪੇਰੈਂਟਸ ਨੇ ਹੁਣ ਤੱਕ ਉਹਨਾਂ ਦੀ ਇੰਨੀ ਸਪੋਰਟ ਕੀਤੀ। ਸਰਗਮ ਨੇ ਵੀ ਇਹ ਚੀਜ਼ ਕਹੀ ਆ ਕਿ ਮੇਰੇ ਪਿਤਾ ਜੀ ਚਾਹੁੰਦੇ ਸੀ ਕਿ ਮੈਂ ਬਿਊਟੀ ਕੰਟੈਸਟ ਜਿੱਤਾਂ, ਪਰ ਉਸ ਵਕਤ ਮੇਰੇ 'ਚ ਇੰਨਾ ਮੈਂ ਆਪਣੇ ਆਪ ਨੂੰ ਕੌਨਫੀਡੈਂਟ ਮਹਿਸੂਸ ਨਹੀਂ ਕਰ ਰਹੀ ਸੀ। ਹੁਣ ਵਿਆਹ ਤੋਂ ਬਾਅਦ ਮੈਨੂੰ ਲੱਗਿਆ ਕਿ ਆਪਣੀ ਇਸ ਲਾਈਫ ਦੇ ਵਿੱਚ ਆਪਣੇ ਲਾਈਫ ਪਾਰਟਨਰ ਦੇ ਨਾਲ ਮੇਰੇ 'ਚ ਜ਼ਿਆਦਾ ਕੌਨਫੀਡੈਂਸ ਆਇਆ, ਔਰ ਇਹ 5 ਸਾਲਾਂ ਨੂੰ ਉਹਨਾਂ ਨੇ ਆਪਣੇ ਖੂਬਸੂਰਤ ਸਾਲ ਕਿਹਾ। ਸੋ ਕਿਤੇ ਨਾ ਕਿਤੇ ਸਾਡੇ ਸਾਰਿਆਂ ਦੇ ਲਈ ਬਹੁਤ ਖੁਸ਼ੀ ਦੀ ਗੱਲ ਆ, ਕਿਉਂਕਿ ਅਕਸਰ ਅਸੀਂ ਸੋਚਦੇ ਹਾਂ ਕਿ ਜਦੋਂ ਵਿਆਹ ਹੋ ਗਿਆ ਉਸ ਤੋਂ ਬਾਅਦ ਬਿਊਟੀ ਦਾ ਲਿੰਕ ਸਿਰਫ ਉਸ ਤੋਂ ਬਾਅਦ ਖਤਮ ਹੋ ਜਾਂਦਾ, ਪਰ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਬਹੁਤ ਮੇਨਟੇਨ ਰੱਖਿਆ। ਮੈਨੂੰ ਇਹ ਚੀਜ਼ ਬੂਸਟ ਕਰਦੀ ਸੀ। ਜਦੋਂ ਮੈਂ ਵਿਆਹ ਤੋਂ ਬਾਅਦ ਵੀ ਆਪਣੇ ਸਰੀਰ ਦਾ ਬਹੁਤ ਧਿਆਨ ਰੱਖਿਆ, ਆਪਣੀ ਖੂਬਸੂਰਤੀ 'ਤੇ ਧਿਆਨ ਦਿੱਤਾ, ਨਾਲ ਨਾਲ ਆਪਣੀ ਟ੍ਰੇਨਿੰਗ 'ਤੇ ਧਿਆਨ ਦਿੱਤਾ, ਨਾਲ ਨਾਲ ਆਪਣੀ ਸੋਸ਼ਲ ਨੌਲੇਜ 'ਤੇ ਧਿਆਨ ਦਿੱਤਾ। ਉਹ ਕਹਿੰਦੇ ਜਦੋਂ ਮੈਂ ਜੰਮੂ ਕਸ਼ਮੀਰ ਤੋਂ ਮੁੰਬਈ ਜਾਂ ਬੰਬੇ ਆਈ ਸੀ ਤਾਂ ਮੈਂ ਇਹ ਸੋਚ ਕੇ ਆਈ ਸੀ ਕਿ ਮੈਂ ਪਹਿਲੀਆਂ 5 ਕੰਟੈਸਟ ਦੇ ਵਿੱਚ ਆ ਜਾ, ਪਰ ਦੇਖੋ ਉਹਨਾਂ ਨੇ ਇੰਨੇ ਕੂਲ ਤਰੀਕੇ ਦੇ ਨਾਲ ਇਸ ਕੰਟੈਸਟ ਦੇ ਵਿੱਚ ਭਾਗ ਲਿਆ, ਬਹੁਤ ਹੀ ਚੰਗੇ ਸਵਾਲਾਂ ਦੇ ਜਵਾਬ ਵੀ ਦਿੱਤੇ, ਹਰ ਰਾਊਂਡ ਨੂੰ ਬਹੁਤ ਬਾਖੂਬੀ ਤਰੀਕੇ ਨਾਲ ਨਿਭਾਇਆ ਤੇ ਉਹ ਜੇਤੂ ਬਣ ਗਏ। ਨਹੀਂ, ਇੱਕ ਚੀਜ਼ ਜਿਹੜੀ ਉਹਨਾਂ ਨੇ ਐਡੀਸ਼ਨਲ ਦੱਸੀ ਆ ਕਿ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਮੈਂ ਰਹਿ ਰਹੀ ਸੀ ਤਾਂ ਮੈਨੂੰ ਆਪਣੇ ਕੱਪੜਿਆਂ ਦੇ ਲਈ, ਆਪਣੇ ਹੇਅਰ ਦੇ ਲਈ, ਆਪਣੀ ਡਰੈਸਿਸ ਦੇ ਲਈ, ਆਪਣੇ ਸ਼ੂਜ਼ ਦੇ ਲਈ ਅਤੇ ਆਪਣੇ ਫੋਟੋਗ੍ਰਾਫਰ ਦੇ ਲਈ ਕਾਫੀ ਜੱਦੋ-ਜਹਿਦ ਕਰਨੀ ਪੈ ਰਹੀ ਸੀ, ਕਿਉਂਕਿ ਮੈਨੂੰ ਇਹ ਚੀਜ਼ਾਂ ਲੱਗ ਰਿਹਾ ਸੀ ਕਿ ਮੈਨੂੰ ਚਾਹੇ ਕਿ ਮੇਰੀ ਟੀਮ ਚੰਗੀ ਸੀ, ਪਰ ਮੈਨੂੰ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਇਸ ਕੰਟੈਸਟ ਨੂੰ ਜਿਤਾਉਣ ਦੇ ਵਿੱਚ ਮਦਦ ਕਰਦੀਆਂ ਨੇ, ਇਹਦੇ ਲਈ ਮੈਨੂੰ ਬਹੁਤ ਮਿਹਨਤ ਕਰਨੀ ਪਈ ਆ। ਸੋ ਇੱਕ ਚੀਜ਼ ਇਸ ਕੰਟੈਸਟ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਹ ਸਮਝ ਜ਼ਰੂਰ ਆ ਰਹੀ ਹੈ ਕਿ ਸਿਰਫ ਤੁਹਾਡੀ ਦਿੱਖ ਦੇ ਨਾਲ ਨਾਲ ਹੋਰ ਬਹੁਤ ਚੀਜ਼ਾਂ ਜੁੜੀਆਂ ਹੋਈਆਂ ਨੇ। ਤੁਹਾਡੇ ਕੱਪੜੇ, ਤੁਹਾਡੇ ਕੱਪੜਿਆਂ ਤੋਂ ਇਲਾਵਾ ਤੁਹਾਡੇ ਫੋਟੋਗ੍ਰਾਫਰ, ਤੁਸੀਂ ਕਿੰਨਾ ਅਪੀਲ ਕਰ ਰਹੇ ਹੋ, ਔਰ ਉਸ ਤੋਂ ਵੀ ਜ਼ਿਆਦਾ ਕਿ ਹਰ ਰਾਊਂਡ ਨੂੰ ਤੁਸੀਂ ਕਿਵੇਂ ਸਕਸੈਸਫੁਲੀ ਕਵਰ ਕਰ ਰਹੇ ਹੋ। ਉਹ ਕਹਿੰਦੇ ਕਿ ਜਦੋਂ ਵੀ ਅਸੀਂ ਆਪਣਾ ਰਾਊਂਡ ਕਰਕੇ ਆਉਂਦੇ ਸੀ ਤੇ ਮੈਨੂੰ ਅਕਸਰ ਸਾਰੀਆਂ ਮੇਰੀਆਂ ਫਰੈਂਡਸ ਇਹੀ ਕਹਿੰਦੀਆਂ ਸੀ ਜਿਨ੍ਹਾਂ ਦੇ ਨਾਲ ਵੀ ਮੈਂ ਇਹਦੇ ਵਿੱਚ ਪਾਰਟੀਸਿਪੇਟ ਕੀਤਾ ਕਿ ਇਹ ਕੂਲ ਰਹਿੰਦੀ ਆ। ਉਹ ਕਹਿੰਦੇ ਕਿ ਜੱਜ ਨੇ ਮੈਨੂੰ ਉਸ ਦਿਨ ਕੀ ਕਿਹਾ ਮੇਰੇ ਲਈ ਇਹ ਇੰਪੋਰਟੈਂਟ ਨਹੀਂ ਸੀ ਹੁੰਦਾ, ਮੇਰੇ ਲਈ ਉਸ ਸਿਚੁਏਸ਼ਨ ਨੂੰ, ਉਸ ਪ੍ਰੈਜ਼ੈਂਟ ਮੂਮੈਂਟ ਨੂੰ ਇੰਜੋਏ ਕਰਨਾ ਹੁੰਦਾ ਸੀ। ਔਰ ਇਹੀ ਇੱਕ ਰਾਜ਼ ਉਹਨਾਂ ਨੇ ਕਿਹਾ ਕਿ ਮੈਂ ਸ਼ਾਇਦ ਹਰ ਮੂਮੈਂਟ ਨੂੰ ਪ੍ਰੈਜ਼ੈਂਟ ਰਹਿ ਕੇ ਇੰਜੋਏ ਕਰ ਰਹੀ ਸੀ, ਕਿਸੇ ਵੀ ਚੀਜ਼ ਨੂੰ ਦਿਲ 'ਤੇ ਨਹੀਂ ਲਾਇਆ। ਜੱਜ ਨੇ ਕੋਈ ਜਿਹੋ ਜਿਹਾ ਵੀ ਮੇਰੇ ਲਈ ਕਮੈਂਟ ਕੀਤਾ ਜਾਂਦਾ ਸੀ, ਸੋ ਮੈਂ ਉਸ ਚੀਜ਼ ਨੂੰ, ਉਸ ਕੰਟੈਸਟ ਨੂੰ ਇੰਜੋਏ ਕਰ ਰਹੀ ਸੀ ਤੇ ਮੇਰੇ ਲਈ ਇੰਨਾ ਹੀ ਬਹੁਤ ਸੀ ਕਿ ਮੈਂ ਪਹਿਲੀਆਂ 5 ਕੰਟੈਸਟ ਜਿਹੜੀਆਂ ਹੈਗੀਆਂ ਵਿਨਰਸ ਉਹਨਾਂ ਦੇ ਵਿੱਚ ਆ ਜਾ, ਪਰ ਹੁਣ ਉਹਨਾਂ ਨੇ ਆਪਣਾ ਇਹ ਖਿਤਾਬ ਆਪਣੇ ਨਾਮ ਕਰ ਲਿਆ। ਸੋ ਸਾਰਿਆਂ ਦੇ ਲਈ ਇੱਕ ਬਹੁਤ ਵੱਡੀ ਮੋਟੀਵੇਸ਼ਨ ਆ। ਨਾਲ ਹੀ ਨਾਲ ਉਹਨਾਂ ਦੇ ਮਾਤਾ ਪਿਤਾ ਦੀ ਜੇ ਤੁਸੀਂ ਇੰਟਰਵਿਊ ਦੇਖੋਗੇ ਤਾਂ ਦੇਖ ਕੇ ਬੜੀ ਖੁਸ਼ੀ ਹੁੰਦੀ ਆ ਕਿ ਕਿੰਨਾ ਨਾਲ ਉਹ ਸਟੈਂਡ ਕਰ ਰਹੇ ਨੇ। ਉਹਨਾਂ ਦੇ ਫਾਦਰ ਸਾਹਿਬ ਇੰਨੇ ਖੁਸ਼ ਨੇ ਔਰ ਕਹਿ ਰਹੇ ਆ ਕਿ ਮੈਂ ਚਾਹੁੰਦਾ ਸੀ ਕਿ ਮੇਰੀ ਬੇਟੀ ਮਿਸ ਵਰਲਡ ਬਣੇ, ਪਰ ਚਲੋ ਹੁਣ ਉਹਨਾਂ ਨੇ ਮਿਸਿਸ ਵਰਲਡ ਦਾ ਖਿਤਾਬ ਜਿੱਤ ਲਿਆ। ਅਸੀਂ ਥੋੜ੍ਹਾ ਜਿਹਾ ਜੇ ਇਹਦੀ ਬੈਕਗਰਾਊਂਡ ਵੱਲ ਝਾਤ ਮਾਰੀਏ ਤਾਂ ਬਿਲਕੁਲ ਥੋੜ੍ਹਾ ਜਿਹਾ ਸਾਨੂੰ ਫਰਕ ਤਾਂ ਨਜ਼ਰ ਆਉਂਦਾ, ਕਿਉਂਕਿ ਜਿਹੜਾ ਮਿਸ ਵਰਲਡ ਕੰਟੈਸਟ ਆ ਇਹ 1951 ਦੇ ਵਿੱਚ ਸ਼ੁਰੂ ਹੋਈ ਆ ਤੇ ਜਿਹੜੀ ਮਿਸਿਸ ਵਰਲਡ ਕੰਟੈਸਟ ਆ ਇਹ 1984 ਦੇ ਵਿੱਚ ਸ਼ੁਰੂ ਹੋਈ ਆ। ਸੋ ਦੇਖਿਆ ਜਾਵੇ ਤਾਂ 1951 ਦੇ ਵਿੱਚ ਮਿਸ ਵਰਲਡ ਕੰਟੈਸਟ ਸ਼ੁਰੂ ਹੋਈ ਸੀ ਤੇ 1984 ਦੇ ਵਿੱਚ ਮਿਸਿਸ ਵਰਲਡ ਕੰਟੈਸਟ ਸ਼ੁਰੂ ਹੋਈ ਸੀ। ਸੋ ਸਾਲਾਂ ਦਾ ਕਾਫੀ ਅੰਤਰ ਆ। ਇਹਦਾ ਮਤਲਬ ਅਸੀਂ ਕਿਤੇ ਨਾ ਕਿਤੇ ਹੌਲੀ ਹੌਲੀ ਸੋਚਣ ਲੱਗੇ ਹਾਂ ਕਿ ਵਿਆਹ ਤੋਂ ਬਾਅਦ ਵੀ ਅਸੀਂ ਆਪਣੇ ਆਪ ਨੂੰ ਕੀ ਬਿਊਟੀ ਆ ਜਿਹੜੀ ਉਹ ਸਿਰਫ ਵਿਆਹ ਤੋਂ ਪਹਿਲਾਂ ਤੱਕ ਸੀਮਤ ਤਾਂ ਨਹੀਂ ਰਹਿ ਜਾਂਦੀ। ਸੋ ਇਹ ਸਾਲਾਂ ਦਾ ਵਕਫਾ, ਇਹ ਸਾਲਾਂ ਦਾ ਫਰਕ ਸਾਨੂੰ ਇਹ ਜ਼ਰੂਰ ਦੱਸਦਾ ਹੈਗਾ ਕਿ 1951 ਦੇ ਵਿੱਚ ਮਿਸ ਵਰਲਡ ਤੇ 1984 ਦੇ ਵਿੱਚ ਮਿਸਿਸ ਵਰਲਡ ਕੰਟੈਸਟ ਸ਼ੁਰੂ ਹੋਈ ਸੀ। ਸੋ 1951 ਦੇ ਵਿੱਚ ਜਿਹੜੀ ਪਹਿਲੀ ਮਿਸ ਵਰਲਡ ਬਣੀ ਸੀ ਉਹ ਸੀ ਰੀਤਾ ਫਾਰੀਆ, ਜਿਨ੍ਹਾਂ ਨੇ ਕਿ 1966 ਦੇ ਵਿੱਚ ਇਹ ਮਿਸ ਵਰਲਡ ਦਾ ਤਾਜ ਉਹ ਇੰਡੀਆ ਪਹਿਲੀ ਵਾਰ ਲੈ ਕੇ ਗਏ ਸੀ। ਦੂਜੀ ਵਾਰ 1994 ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਐਸ਼ਵਰੀਆ ਰਾਏ ਇਸ ਦੇ ਜੇਤੂ ਰਹੇ ਸਨ। 1997 ਦੇ ਵਿੱਚ ਡਾਇਨਾ ਹੈਡਨ ਨੇ ਇਹ ਇਨਾਮ, ਇਹ ਕੰਟੈਸਟ ਜਿੱਤ ਕੇ ਮਿਸ ਵਰਲਡ ਬਣੇ ਸਨ। 1999 ਦੇ ਵਿੱਚ ਯੁਕਤਾ ਮੁਖੀ ਬਣੇ ਸਨ ਤੇ 2000 ਦੇ ਵਿੱਚ ਪ੍ਰਿਯੰਕਾ ਚੋਪੜਾ ਨੇ ਇਹ ਖਿਤਾਬ ਆਪਣੇ ਨਾਮ ਕੀਤਾ ਸੀ। 2017 ਦੇ ਵਿੱਚ ਮਨੂਸ਼ੀ ਛਿੱਲਰ ਦੇ ਨਾਮ ਇਹ ਖਿਤਾਬ ਗਿਆ ਸੀ। ਸੋ 6 ਵਾਰੀ ਇੰਡੀਆ ਨੇ ਮਿਸ ਵਰਲਡ ਦਾ ਖਿਤਾਬ ਆਪਣੇ ਨਾਂ ਕੀਤਾ। ਜੇ ਅਸੀਂ ਕੈਨੇਡਾ ਦੀ ਗੱਲ ਕਰੀਏ ਤੇ 1951 ਤੋਂ ਲੈ ਕੇ 2022 ਤੱਕ ਕੈਨੇਡਾ ਦੇ ਵਿੱਚੋਂ ਹਜੇ ਤੱਕ ਕੋਈ ਮਿਸ ਵਰਲਡ ਨਹੀਂ ਬਣਿਆ। ਸੋ ਇਹ ਆਪਣੇ ਆਪ 'ਚ ਇੱਕ ਹੈਰਾਨੀ ਵਾਲੀ ਗੱਲ ਹੈਗੀ ਆ। ਮੈਨੂੰ ਵੀ ਜਾਣ ਕੇ ਕਾਫੀ ਲੱਗਿਆ ਕਿ 1951 ਤੋਂ ਲੈ ਕੇ 2022 ਤੱਕ ਕੈਨੇਡਾ ਨੇ ਹਾਲੇ ਮਿਸ ਵਰਲਡ ਦਾ ਖਿਤਾਬ ਆਪਣੇ ਨਾਮ ਨਹੀਂ ਕੀਤਾ। ਜੇ ਮਿਸ ਯੂਨੀਵਰਸ ਦੀ ਗੱਲ ਕਰੀਏ ਤਾਂ ਇੰਡੀਆ ਨੇ 3 ਖਿਤਾਬ ਜਿੱਤੇ ਨੇ।
94 ਦੇ ਵਿੱਚ ਪਹਿਲੀ ਮਿਸ ਯੂਨੀਵਰਸ ਇੰਡੀਆ ਤੋਂ ਬਣੇ ਸਨ ਸੁਸ਼ਮਿਤਾ ਸੇਨ, ਜਿਨ੍ਹਾਂ ਨੇ ਕਿ ਪਹਿਲਾ ਮਿਸ ਯੂਨੀਵਰਸ ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਉਸ ਤੋਂ ਬਾਅਦ 2000 ਦੇ ਵਿੱਚ ਲਾਰਾ ਦੱਤਾ ਨੇ ਇਹ ਖਿਤਾਬ ਆਪਣੇ ਨਾਮ ਕੀਤਾ ਸੀ ਤੇ 2021 ਦੇ ਵਿੱਚ ਸਾਰਿਆਂ ਦਾ ਪੰਜਾਬੀਆਂ ਦਾ ਮਾਣ ਹਰਨਾਜ਼ ਸੰਧੂ ਨੇ ਇਹ ਜਿਹੜਾ ਖਿਤਾਬ ਸੀ ਆਪਣੇ ਨਾਮ ਕੀਤਾ ਸੀ। ਸੋ ਮਿਸ ਯੂਨੀਵਰਸ ਦੇ ਵਿੱਚ ਹੁਣ ਤੱਕ 3 ਇੰਡੀਅਨ ਵਿਮਨ ਨੇ ਇਹ ਕੰਟੈਸਟ ਨੂੰ ਜਿੱਤਿਆ ਹੈਗਾ। 1994 ਦੇ ਵਿੱਚ ਸੁਸ਼ਮਿਤਾ ਸੇਨ, 2000 ਦੇ ਵਿੱਚ ਲਾਰਾ ਦੱਤਾ ਤੇ 2021 ਦੇ ਵਿੱਚ ਹਰਨਾਜ਼ ਸੰਧੂ। ਇਹਦੇ ਰਿਲੇਟਡ ਜੇ ਅਸੀਂ ਇਹਦਾ ਕੰਪੈਰੀਜ਼ਨ ਕਰੀਏ ਮਿਸਿਸ ਵਰਲਡ ਦੇ ਨਾਲ ਤਾਂ 1984 ਦੇ ਵਿੱਚ ਮਿਸਿਸ ਵਰਲਡ ਕੰਟੈਸਟ ਸ਼ੁਰੂ ਹੋਈ। ਉਸ ਤੋਂ ਪਹਿਲਾਂ 1984 ਦੇ ਵਿੱਚ ਇਹਦਾ ਨਾਮ ਮਿਸਿਸ ਅਮਰੀਕਾ ਹੁੰਦਾ ਸੀ ਤੇ 1988 ਦੇ ਵਿੱਚ ਜਾ ਕੇ ਇਹਦਾ ਨਾਮ ਮਿਸਿਸ ਵਰਲਡ ਬਣਿਆ। ਮਿਸਿਸ ਵਰਲਡ ਦੇ ਵਿੱਚ ਹੁਣ ਤੱਕ ਇੰਡੀਆ ਨੇ 2 ਵਾਰੀ ਇਹ ਖਿਤਾਬ ਆਪਣੇ ਨਾਮ ਕੀਤਾ। ਮਿਸਿਸ ਵਰਲਡ ਦਾ ਖਿਤਾਬ ਜਿਹੜਾ ਸੀਗਾ ਪਹਿਲੀ ਵਾਰ 2001 ਦੇ ਵਿੱਚ ਡਾਕਟਰ ਅਦਿਤੀ ਗੋਵਿਤਰੀਕਰ ਨੇ ਜਿੱਤਿਆ ਸੀ। ਉਸ ਤੋਂ ਬਾਅਦ 2022 ਦੇ ਵਿੱਚ 21 ਸਾਲ ਦੇ ਬਾਅਦ ਸਰਗਮ ਕੌਸ਼ਲ ਨੇ ਇਹ ਖਿਤਾਬ ਆਪਣੇ ਨਾਮ ਕੀਤਾ। 1984 ਦੇ ਵਿੱਚ ਮਿਸਿਸ ਵਰਲਡ ਕੰਟੈਸਟ ਸ਼ੁਰੂ ਹੋਈ ਹੈ ਤੇ 1951 ਦੇ ਵਿੱਚ ਮਿਸ ਵਰਲਡ ਕੰਟੈਸਟ। ਬੜਾ ਵੱਡਾ ਫਰਕ ਹੈ ਕਿ 1951 ਦੇ ਵਿੱਚ ਮਿਸ ਵਰਲਡ ਸ਼ੁਰੂ ਹੋਈ ਤੇ 1984 ਦੇ ਵਿੱਚ ਮਿਸਿਸ ਵਰਲਡ ਕੰਟੈਸਟ ਸ਼ੁਰੂ ਹੋਈ। ਜੇ ਮਿਸਿਸ ਯੂਨੀਵਰਸ ਦੀ ਗੱਲ ਕਰ ਲਈਏ ਤੇ ਹਾਲੇ ਤੱਕ ਇੰਡੀਆ ਤੋਂ ਮਿਸਿਸ ਯੂਨੀਵਰਸ ਦੇ ਵਿੱਚ ਕਿਸੇ ਨੇ ਖਿਤਾਬ ਨਹੀਂ ਜਿੱਤਿਆ, ਸਿਰਫ ਕੈਨੇਡਾ ਨੇ 1 ਵਾਰੀ ਜਿੱਤਿਆ ਤੇ ਮਿਸ ਯੂਨੀਵਰਸ ਦੇ ਵਿੱਚ ਕੈਨੇਡਾ ਨੇ 2 ਵਾਰੀ ਖਿਤਾਬ ਜਿੱਤਿਆ। ਸੋ ਕੈਨੇਡਾ ਨੇ ਮਿਸ ਯੂਨੀਵਰਸ ਤੇ ਮਿਸਿਸ ਯੂਨੀਵਰਸ ਦੇ ਵਿੱਚ ਖਿਤਾਬ ਜਿੱਤਿਆ, ਪਰ ਭਾਰਤ ਨੇ ਮਿਸਿਸ ਯੂਨੀਵਰਸ ਦੇ ਵਿੱਚ ਹਾਲੇ ਤੱਕ ਖਿਤਾਬ ਨਹੀਂ ਜਿੱਤਿਆ। ਮਿਸ ਵਰਲਡ ਦੇ ਵਿੱਚ ਕੈਨੇਡਾ ਦੀ ਵਾਰੀ ਹਜੇ ਤੱਕ ਨਹੀਂ ਆਈ। ਸੋ ਇਹ ਜਿਹੜੇ ਨਾਮ ਨੇ ਇਹ ਮੈਂ ਇਸੇ ਲਈ ਮੇਰਾ ਦੱਸਣ ਦਾ ਪਰਪਸ ਇਹੀ ਸੀ ਕਿ ਇਹ ਉਹੀ ਔਰਤਾਂ ਨੇ ਜਿਨ੍ਹਾਂ ਨੇ ਵਿਆਹ ਤੋਂ ਪਹਿਲਾਂ ਜਾਂ ਵਿਆਹ ਤੋਂ ਬਾਅਦ ਇਹਨਾਂ ਕੰਟੈਸਟ ਦੇ ਵਿੱਚ ਹਿੱਸਾ ਲਿਆ। ਇਹਨਾਂ ਨੂੰ ਵੀ ਉਹ ਸਾਰੇ ਚੈਲੰਜ ਆਏ ਹੋਣਗੇ ਜਿਹੜੇ ਕਿ ਇੱਕ ਆਮ ਕੁੜੀ ਨੂੰ ਆਉਂਦੇ ਆ। ਜਿਵੇਂ ਸਰਗਮ ਕੌਸ਼ਲ ਨੇ ਕਿਹਾ ਕਿ ਮੈਂ ਜੰਮੂ ਕਸ਼ਮੀਰ ਤੋਂ ਤਾਂ ਇੱਥੋਂ ਹੀ ਪੜ੍ਹੀ ਹਾਂ, ਕਨਵੈਂਟ ਸਕੂਲ ਤੋਂ ਪੜ੍ਹੇ ਹੋਏ ਨਹੀਂ, ਪਰ ਮੇਰੇ ਲਈ ਇੱਕ ਇਸ ਜਗ੍ਹਾ 'ਤੇ ਰਹਿਣ ਦਾ ਚੈਲੰਜ ਇਹ ਸੀ ਕਿ ਮੈਨੂੰ ਕਈ ਚੀਜ਼ਾਂ ਦੇ ਵਿੱਚ ਮਿਹਨਤ ਜ਼ਿਆਦਾ ਕਰਨੀ ਪਈ। ਨਾਲ ਹੀ ਨਾਲ ਅਸੀਂ ਇੱਕ ਜੇ ਗੱਲਾਂ ਦੇ ਵਿੱਚੋਂ ਗੱਲ ਹੀ ਕਰੀਏ ਤੇ ਅਕਸਰ ਅਸੀਂ ਸੋਚਦੇ ਹਾਂ ਜੇ ਵਿਆਹ ਹੋ ਗਿਆ ਤੇ ਉਸ ਤੋਂ ਬਾਅਦ ਅਸੀਂ ਆਪਣੇ ਆਪ 'ਤੇ ਤਵੱਜੋ ਦੇਣੀ ਘੱਟ ਕਰ ਦਿੰਦੇ ਹਾਂ। ਸਾਨੂੰ ਲੱਗਦਾ ਕਿ ਸਾਡਾ ਸਾਰਾ ਟਾਈਮ ਆ ਜਿਹੜਾ ਉਹ ਫੈਮਿਲੀ ਦਾ ਹੋ ਗਿਆ। ਇਹਨਾਂ ਲਈ ਵੀ ਉਹ ਚੈਲੰਜ ਸੀ। ਉਹ ਕਹਿੰਦੇ ਮੇਰੇ ਲਈ ਇੱਕ ਵੱਡਾ ਚੈਲੰਜ ਸੀ ਕਿ ਮੇਰੇ ਹਸਬੈਂਡ ਇੰਡੀਅਨ ਨੇਵੀ ਦੇ ਵਿੱਚ ਨੇ ਤੇ ਉਹ ਜਗ੍ਹਾ ਤੇ ਉਹਨਾਂ ਦੀ ਉਹ ਆਪਣੀ ਜੌਬ ਕਰ ਰਹੇ ਨੇ। ਮੇਰੇ ਲਈ ਜੇ ਮੈਂ ਉੱਥੇ ਜਾਣਾ ਸੀ, ਟ੍ਰੇਨਿੰਗ ਲੈਣੀ ਸੀ, ਫਿਰ ਮੈਂ ਆਪਣੀ ਫੈਮਿਲੀ ਨੂੰ ਵੀ ਦੇਖਣਾ ਸੀ, ਨਾਲ ਆਪਣੇ ਹਸਬੈਂਡ ਦਾ ਕਿੱਥੇ ਉਹਨਾਂ ਦੇ ਹਸਬੈਂਡ ਦੀ ਜੌਬ ਆ ਉਹਦੇ ਹਿਸਾਬ ਨਾਲ ਮੈਂ ਆਪਣੇ ਆਪ ਨੂੰ ਮੈਂਟਲੀ ਪ੍ਰਪੇਅਰ ਕਰਕੇ ਗਈ ਸੀ ਕਿ ਮੈਨੂੰ ਕਿੰਨਾ ਟਾਈਮ ਇਸ ਫੀਲਡ ਦੇ ਵਿੱਚ ਕਿੰਨੀ ਟ੍ਰੇਨਿੰਗ ਦੀ ਮੈਨੂੰ ਲੋੜ ਆ ਤੇ ਮੈਂ ਆਪਣੇ ਪਰਿਵਾਰ ਲਈ ਕੀ ਸੈਕਰੀਫਾਈਸ ਕਰਨਾ। ਪਰ ਉਹਨਾਂ ਨੂੰ ਪਰਿਵਾਰ ਦੀ ਪੂਰੀ ਸਪੋਰਟ ਰਹੀ ਆ। ਤੁਹਾਨੂੰ ਨਹੀਂ ਲੱਗਦਾ ਕਿ ਇਹ ਸਾਡੇ ਸਾਰਿਆਂ ਦੇ ਲਈ ਇੱਕ ਬਹੁਤ ਹੀ ਚਾਹੇ ਛੋਟੀ ਗੱਲ ਕਹਿ ਲਓ ਪਰ ਹੈਗੀ ਤੇ ਬਹੁਤ ਵੱਡੀ ਆ ਕਿ ਉਹਨਾਂ ਨੂੰ ਦੋਨਾਂ ਪਰਿਵਾਰਾਂ ਦਾ ਬਹੁਤ ਸਹਿਯੋਗ ਮਿਲਿਆ। ਆਪਣੇ ਮਾਤਾ ਪਿਤਾ ਦੇ ਨਾਲ ਉਹਨਾਂ ਨੂੰ ਆਪਣੇ ਹਸਬੈਂਡ ਤੇ ਨਾਲ ਦੂਜੇ ਪਰਿਵਾਰ ਦਾ ਪੂਰਾ ਸਹਿਯੋਗ ਮਿਲਿਆ ਹੋਏਗਾ ਤਾਂ ਹੀ ਤੇ ਉਹ ਇਸ ਟ੍ਰੇਨਿੰਗ ਨੂੰ ਲੈਣ ਦੇ ਕਾਬਿਲ ਹੋ ਸਕੀ ਆ। ਕਿਉਂਕਿ ਅਕਸਰ ਵਿਆਹ ਤੋਂ ਬਾਅਦ ਸਾਨੂੰ ਲੱਗਦਾ ਕਿ ਸਾਡੇ 'ਤੇ ਜ਼ਿੰਮੇਵਾਰੀਆਂ ਦਾ ਬੋਝ ਜ਼ਿਆਦਾ ਆ ਜਾਂਦਾ, ਪਰ ਜੇ ਸਾਡੇ ਨਾਲ ਕੋਈ ਉਹ ਜ਼ਿੰਮੇਵਾਰੀਆਂ ਵੰਡਾਉਣ ਵਾਲਾ ਹੋਵੇ ਤਾਂ ਬਾਹਰ ਨਿਕਲਣਾ ਕੋਈ ਬਹੁਤਾ ਔਖਾ ਨਹੀਂ ਆ। ਤੁਸੀਂ ਕੰਮ ਕਰ ਸਕਦੇ ਹੋ, ਉਸੇ ਤਰ੍ਹਾਂ ਹੀ ਤੁਸੀਂ ਮੁੜ ਤੋਂ ਆਪਣੇ ਆਪ ਨੂੰ ਇਸਟੈਬਲਿਸ਼ ਕਰ ਸਕਦੇ ਹੋ। ਔਰ ਜਿਹੜੀ ਉਹਨਾਂ ਦੇ ਮਾਤਾ ਪਿਤਾ ਨੇ ਗੱਲ ਕਹੀ ਆ ਕਿ ਸਾਨੂੰ ਲੱਗਦਾ ਕਿ ਬੇਟੀਆਂ ਨੂੰ ਕਦੇ ਵੀ ਪਿੱਛੇ ਪੁੱਲ ਬੈਕ ਨਹੀਂ ਕਰਨਾ ਚਾਹੀਦਾ, ਉਹਨਾਂ ਦੀ ਮਦਦ ਕਰਨੀ ਚਾਹੀਦੀ ਆ। ਨਾਲ ਹੀ ਉਹਨਾਂ ਨੇ ਜਿਹੜੀ ਕੌਨਫੀਡੈਂਸ ਦੀ ਗੱਲ ਕੀਤੀ ਆ, ਚਾਹੇ ਕਿ ਉਹਨਾਂ ਨੂੰ ਬਹੁਤ ਵੱਡਾ ਪ੍ਰਾਈਜ਼ ਵੀ ਮਿਲਿਆ ਹੋਣਾ, ਕੌਨਫੀਡੈਂਸ ਦੀ ਜਿਹੜੀ ਗੱਲ ਉਹਨਾਂ ਨੇ ਕੀਤੀ ਆ ਕਿ ਮੈਨੂੰ ਹੁਣ ਇਹ ਲੱਗਦਾ ਕਿ ਇਹੀ ਮੇਰਾ ਟਾਈਮ ਸੀ। ਮੈਨੂੰ ਬਹੁਤ ਪਹਿਲਾਂ ਵੀ ਮੈਂ ਟਰਾਈ ਕੀਤਾ ਕਿ ਮੈਂ ਮਿਸ ਵਰਲਡ 'ਚ ਜਾ ਸਕਾਂ, ਪਰ ਸਮੇਂ ਦੀ ਗੱਲ ਜਿਹੜੀ ਉਹਨਾਂ ਨੇ ਅਹਿਮ ਕੀਤੀ ਆ ਕਿ ਮੇਰਾ ਇਹੀ ਰਾਈਟ ਟਾਈਮ ਸੀ। ਹੁਣ ਹੀ ਮੇਰੇ ਤੋਂ ਜ਼ਿਆਦਾ ਮਿਹਨਤ ਹੋ ਸਕਦੀ ਸੀ ਤੇ ਹੁਣ ਹੀ ਮੈਂ ਮੈਂਟਲੀ ਪ੍ਰਪੇਅਰ ਸੀ, ਨਾਲ ਹੀ ਮੇਰਾ ਕੌਨਫੀਡੈਂਸ ਵੀ ਪੂਰਾ ਪੀਕ 'ਤੇ ਸੀ। ਉਹ ਕਹਿੰਦੇ ਕਿ ਮੈਨੂੰ ਲੱਗ ਰਿਹਾ ਕਿ ਨੇਚਰ ਨੇ ਮੈਨੂੰ ਬਣਾਉਣ ਦੇ ਵਿੱਚ ਪੂਰੀ ਕੋਸ਼ਿਸ਼ ਕੀਤੀ ਆ। ਕਿਉਂਕਿ ਜੇ ਅਸੀਂ ਆਮ ਦੇਖੀਏ ਤਾਂ 63 ਮੁਲਕਾਂ ਦੀਆਂ ਖੂਬਸੂਰਤ ਸਾਰੀਆਂ ਕੁੜੀਆਂ ਹੀ ਉੱਥੇ ਖੂਬਸੂਰਤ ਹੋਣਗੀਆਂ, ਕਿਸੇ 'ਚ ਵੀ ਕੋਈ ਇੰਚ ਦਾ ਵਾਧਾ ਘਾਟਾ ਤੇ ਹੋਏਗਾ ਨਹੀਂ। ਔਰ ਸਾਰਿਆਂ ਦਾ ਕੱਦ ਲੰਬਾ ਹੋਏਗਾ, ਸਾਰੀਆਂ ਦਿਖਣ ਨੂੰ ਖੂਬਸੂਰਤ ਲੱਗਦੀਆਂ ਹੋਣਗੀਆਂ, ਸਾਰਿਆਂ ਦੀ ਡਰੈਸਿੰਗ ਸੈਂਸ ਬਹੁਤ ਵਧੀਆ ਹੋਊਗੀ। ਪਰ ਕਿਹੜੇ ਇਹੋ ਜਿਹੇ ਨਿੱਕੇ ਪੁਆਇੰਟਸ ਆ ਜਿਨ੍ਹਾਂ ਨਾਲ ਇਹ 63 ਦੇ ਵਿੱਚੋਂ ਇੱਕ ਨੂੰ ਸੁੰਦਰ ਕੱਢਿਆ ਜਾਂਦਾ? ਉਹਨਾਂ ਦੀ ਗੱਲਬਾਤ, ਉਹਨਾਂ ਦਾ ਕੌਨਫੀਡੈਂਸ, ਉਹ ਆਪਣੇ ਹਰ ਲੈਵਲ ਦੇ ਉੱਤੇ ਆਪਣੇ ਹਰ ਜਿਹੜਾ ਵੀ ਉਹਨਾਂ ਨੂੰ ਚੈਲੰਜ ਦਿੱਤਾ ਜਾਂਦਾ ਉਹਨੂੰ ਉਹ ਕਿਵੇਂ ਪਾਰ ਕਰਦੀਆਂ ਨੇ, ਇਹਦੇ ਵਿੱਚ ਉਹਨਾਂ ਦੀ ਇੰਟੈਲੀਜੈਂਸੀ ਦੇਖੀ ਜਾਂਦੀ ਆ। ਸੋ ਅਸੀਂ ਕਿਤੇ ਵੀ ਆਪਣੀ ਬਾਹਰੀ ਦਿੱਖ ਦੇ ਨਾਲ ਇੰਟੈਲੀਜੈਂਸੀ ਨੂੰ ਇਗਨੋਰ ਨਹੀਂ ਕਰ ਸਕਦੇ। ਉਹ ਕਹਿੰਦੇ ਕਿ ਜਦੋਂ ਮੈਂ ਮਿਸਿਸ ਫੈਮਿਨਾ ਬਣੀ ਆ ਤਾਂ ਉਦੋਂ ਤੋਂ ਹੀ ਮੈਨੂੰ ਸਮਝ ਆ ਗਈ ਕਿ
मैं अपनी मैंटल प्रैपरेशन ਦੇ ਉੱਤੇ ਕਿੰਨਾ ਜ਼ੋਰ ਦੇਣਾ ਕਿ ਕੋਈ ਵੀ ਚੀਜ਼ ਜਿਹੜੀ ਹੈਗੀ ਆ ਮੈਨੂੰ ਬਾਹਰੋਂ ਇਫੈਕਟ ਨਾ ਕਰੇ। ਨਾਲ ਹੀ ਇੱਕ ਬਹੁਤ ਹੀ ਖੂਬਸੂਰਤ ਗੱਲ ਉਹਨਾਂ ਨੇ ਕਹੀ ਆ ਕਿ ਮੈਂ ਜਿਹੜਾ ਇੱਕ ਡਿਫਰੈਂਟ ਚੀਜ਼ ਐਕਸਪੀਰੀਅੰਸ ਕੀਤੀ ਆ ਉਹ ਇਹ ਆ ਕਿ ਇਸ ਮਿਸਿਸ ਵਰਲਡ ਕੰਟੈਸਟ ਦੇ ਵਿੱਚ ਕਈ ਇਹੋ ਜਿਹੀਆਂ ਔਰਤਾਂ ਵੀ ਸੀ ਜਿਹੜੀਆਂ ਕਿ ਵਿਡੋ ਨੇ, ਕਈ ਇਹੋ ਜਿਹੀਆਂ ਔਰਤਾਂ ਨੇ ਵੀ ਪਾਰਟੀਸਿਪੇਟ ਕੀਤਾ ਜਿਹੜੀਆਂ ਸਿੰਗਲ ਮਦਰਸ ਨੇ। ਸੋ ਇਹ ਸਾਰਿਆਂ ਦੇ ਲਈ ਬਹੁਤ ਸੋਹਣੀ ਗੱਲ ਆ ਕਿ ਵਿਆਹ ਤੋਂ ਬਾਅਦ ਜਿਹੜੇ ਵੀ ਚਾਹੇ ਕੋਈ ਵਿਡੋ ਆ ਜਾਂ ਸਿੰਗਲ ਮਦਰ ਆ ਉਹ ਵੀ ਇਸ ਕੰਟੈਸਟ ਦੇ ਵਿੱਚ ਹਿੱਸਾ ਲੈ ਸਕਦੀਆਂ। ਨਹੀਂ ਤਾਂ ਅਸੀਂ ਕਈ ਵਾਰੀ ਆਪਣੇ ਚਾਅ, ਆਪਣੇ ਸੁਪਨੇ ਜਾਂ ਆਪਣੇ ਅੰਬੀਸ਼ਨਸ ਮਾਰ ਕੇ ਬੈਠ ਜਾਂਦੇ ਹਾਂ। ਉਹ ਕਹਿ ਰਹੇ ਆ ਕਿ ਮੈਨੂੰ ਦੂਜੀਆਂ ਜਿਹੜੇ ਕੰਟੈਸਟ ਜਿਨ੍ਹਾਂ ਨੇ ਵੀ ਭਾਗ ਲਿਆ ਇਸ ਦੇ ਵਿੱਚ ਜਿਹੜੇ ਕੋਈ ਸਿੰਗਲ ਮਦਰ ਸੀ ਜਾਂ ਜਿਹੜੇ ਵਿਡੋ ਸੀ ਉਹਨਾਂ ਤੋਂ ਮੈਨੂੰ ਜ਼ਿਆਦਾ ਸਿੱਖਣ ਨੂੰ ਮਿਲਿਆ ਕਿ ਉਹਨਾਂ ਨੇ ਆਪਣੇ ਆਪ ਨੂੰ ਵੱਖ-ਵੱਖ ਮੁਲਕਾਂ ਤੋਂ ਆ ਕੇ ਇਸ ਕੰਟੈਸਟ ਦੇ ਵਿੱਚ ਹਿੱਸਾ ਲੈਣ ਦੀ ਹਿੰਮਤ ਕੀਤੀ। ਇਹ ਸਾਡੀ ਇਸ ਸਦੀ ਦੇ ਵਿੱਚ ਔਰਤਾਂ ਨੂੰ ਹੋਰ ਵੀ ਕਿੰਨਾ ਸਟਰੋਂਗ ਕਰਦਾ ਕਿ ਸਾਰੀਆਂ ਔਰਤਾਂ ਜਿਹੜੀਆਂ ਵਿਆਹ ਤੋਂ ਬਾਅਦ ਕਿਤੇ ਨਾ ਕਿਤੇ ਸੋਚ ਲੈਂਦੀਆਂ ਕਿ ਹੁਣ ਜ਼ਿੰਦਗੀ ਖਤਮ ਹੋ ਗਈ ਆ ਜਾਂ ਹੁਣ ਅਸੀਂ ਆਪਣੇ ਬਾਰੇ ਨਹੀਂ ਸੋਚਣਾ, ਉਹਨਾਂ ਸਾਰਿਆਂ ਦੇ ਲਈ ਸਰਗਮ ਕੌਸ਼ਲ ਤੇ ਉਹ ਸਾਰੀਆਂ 63 ਜਿਨ੍ਹਾਂ ਨੇ ਵੀ ਇਸ ਦੇ ਵਿੱਚ ਪਾਰਟੀਸਿਪੇਟ ਕੀਤਾ ਉਹ ਸਾਰੀਆਂ ਦੀਆਂ ਸਾਰੀਆਂ ਕੁੜੀਆਂ ਸਾਡੇ ਸਾਰਿਆਂ ਦੇ ਲਈ ਇੱਕ ਐਗਜ਼ਾਮਪਲ ਨੇ ਕਿ ਤੁਸੀਂ ਆਪਣੀਆਂ ਬਾਉਂਡਰੀਜ਼ ਤੋਂ ਬਾਹਰ ਜਾ ਕੇ ਵੀ ਸਕਸੈਸ ਲੈ ਸਕਦੇ ਹੋ, ਤੁਸੀਂ ਆਪਣੇ ਆਪ ਨੂੰ ਪ੍ਰੂਵ ਕਰ ਸਕਦੇ ਹੋ। ਪਰ ਉਹਦੇ ਲਈ ਤੁਹਾਨੂੰ ਆਪਣੇ ਆਪ 'ਤੇ ਸੈਲਫ ਕੌਨਫੀਡੈਂਸ ਹੋਣਾ ਬਹੁਤ ਜ਼ਰੂਰੀ ਆ, ਤੁਹਾਨੂੰ ਆਪਣੇ ਆਪ 'ਤੇ ਯਕੀਨ ਰੱਖਣਾ ਬਹੁਤ ਜ਼ਰੂਰੀ ਆ, ਆਪਣੇ ਆਪ 'ਤੇ ਕੰਮ ਕਰਦੇ ਰਹਿਣਾ ਬਹੁਤ ਜ਼ਰੂਰੀ ਆ। ਸਰਗਮ ਨੇ ਕਿਹਾ ਕਿ ਮੈਂ ਜੇ ਨਾ ਜਿੱਤਦੀ ਤਾਂ ਮੈਂ ਇਹ ਸੋਚਿਆ ਸੀ ਕਿ ਮੈਂ ਮਾਡਲਿੰਗ ਕਰ ਲੂੰਗੀ ਜਾਂ ਫਿਰ ਮੈਂ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ ਹੀ, ਪਰ ਹੁਣ ਉਹਨਾਂ ਨੇ ਇਹ ਖਿਤਾਬ ਜਿੱਤ ਲਿਆ। ਜੇ ਤੁਸੀਂ ਉਹਨਾਂ ਦੀ ਲੇਟੈਸਟ ਵੀਡੀਓ ਦੇਖੋਗੇ ਜਿਹਦੇ 'ਚ ਉਹ ਮੋਰਨੀ ਬਣੇ ਹੋਏ ਆ, ਉਹਨਾਂ ਦਾ ਕੌਨਫੀਡੈਂਸ ਬਾਖੂਬੀ ਦਿਖ ਰਿਹਾ। ਨਾਲ ਹੀ ਨਾਲ ਸੁਸਾਇਟੀ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਜੇ ਅਸੀਂ ਆਪਣੀ ਸੁਸਾਇਟੀ ਦੀ ਗੱਲ ਕਰੀਏ ਤਾਂ ਸਾਨੂੰ ਲੱਗਦਾ ਹੁੰਦਾ ਕਿ 30 ਸਾਲ ਤੋਂ ਬਾਅਦ ਜਾਂ ਮੈਰਿਜ ਹੋ ਗਈ ਆ ਤਾਂ ਅਕਸਰ ਸਾਨੂੰ ਜੇ ਕੋਈ ਆਂਟੀ ਕਹਿ ਕੇ ਬੁਲਾ ਦਿੰਦਾ ਤੇ ਸਾਨੂੰ ਲੱਗਦਾ ਕਿ ਸ਼ਾਇਦ ਇਹਦੇ ਨਾਲ ਸਾਡੀ ਹੇਠੀ ਹੋ ਗਈ ਆ। ਇਹ ਸਾਰੀਆਂ ਚੀਜ਼ਾਂ 'ਚੋਂ ਹੀ ਨਿਕਲਣਾ ਬਹੁਤ ਵੱਡੀ ਚੀਜ਼ ਆ। ਅਸੀਂ ਜਾਂ ਕਿਸੇ ਨੂੰ ਇਰੀਟੇਟ ਕਰਨਾ ਜਾਂ ਸਾਨੂੰ ਲੱਗਦਾ ਕਿ ਇਹਨੂੰ ਥੋੜ੍ਹਾ ਜਿਹਾ ਇਹਦੀ ਉਮਰ ਦਾ ਲਿਹਾਜ਼ ਕਰਾ ਦਈਏ ਤੇ ਇਹਨੂੰ ਆਂਟੀ ਕਹਿ ਦਈਏ, ਆਂਟੀ ਕਹਿ ਕੇ ਤੁਹਾਡਾ ਜਿਹੜਾ ਹੈਗਾ ਕੌਨਫੀਡੈਂਸ ਲੈਵਲ ਉਹ ਥੱਲੇ ਆ ਜਾਊਗਾ। ਪਰ ਸਰਗਮ ਕੌਸ਼ਲ ਨੇ ਆਪਣਾ ਕੌਨਫੀਡੈਂਸ ਲੈਵਲ ਪੂਰਾ ਉੱਪਰ ਤੱਕ ਰੱਖਿਆ, ਮਿਸਿਸ ਵਰਲਡ 2022 ਬਣ ਗਏ ਨੇ। ਇੱਕ ਹੋਰ ਚੀਜ਼ ਜਿਹੜੀ ਅਸੀਂ ਆਪਣੇ ਅਕਸਰ ਸੁਸਾਇਟੀ 'ਚ ਦੇਖਦੇ ਹਾਂ ਕਿ ਜਦੋਂ ਵੀ ਸਾਡੇ ਸਰੀਰ ਦੇ ਵਿੱਚ ਬਦਲਾਅ ਆਉਂਦਾ, ਇਹ ਚੀਜ਼ ਇਹਨਾਂ ਕੰਟੈਸਟ ਤੋਂ ਸਾਨੂੰ ਆਈਡੀਆ ਲਾ ਲੈਣਾ ਚਾਹੀਦਾ ਕਿ ਮਿਸ ਤੇ ਮਿਸਿਸ 'ਚ ਫਰਕ ਅਸੀਂ ਕਿਉਂ ਕਰ ਰਹੇ ਹਾਂ। ਮਿਸਿਸ ਹੋਣ ਤੋਂ ਬਾਅਦ ਤੁਹਾਡੀ ਬੋਡੀ 'ਚ ਕਈ ਤਰ੍ਹਾਂ ਦੇ ਚੇਂਜਸ ਆਉਂਦੇ ਨੇ। ਜੇ ਤੁਸੀਂ ਸਿੰਗਲ ਮਦਰ ਹੋ ਜਾਂ ਤੁਸੀਂ ਬੱਚਿਆਂ ਦੀ ਮਾਂ ਹੋ ਤਾਂ ਤੁਹਾਡੀ ਬੋਡੀ ਦੇ ਵਿੱਚ ਚੇਂਜਸ ਆਉਂਦੇ ਆ। ਕੀ ਤੁਸੀਂ ਖੁਦ ਉਹਨਾਂ ਚੇਂਜਸ ਨੂੰ ਐਕਸੈਪਟ ਕਰਨ ਦੇ ਲਈ ਤੁਹਾਡੇ 'ਚ ਤੁਸੀਂ ਆਪਣੇ ਆਪ ਨੂੰ ਇੰਨਾ ਸੈਲਫ ਲਵ ਕਰ ਰਹੇ ਹੋ ਕਿ ਤੁਸੀਂ ਜੇ ਤੁਹਾਡੀ ਬੋਡੀ 'ਚ ਕੋਈ ਚੇਂਜਸ ਵੀ ਆਏ ਫਿਰ ਵੀ ਤੁਸੀਂ ਉਹਨੂੰ ਐਜ਼ ਇਟ ਇਜ਼ ਐਕਸੈਪਟ ਕਰ ਰਹੇ ਆ। ਨਹੀਂ ਤਾਂ ਉਹੀ ਸਾਨੂੰ ਕਈ ਵਾਰੀ ਕਮੈਂਟ ਕਰ ਦਿੱਤੇ ਜਾਂਦੇ ਆ, ਨਹੀਂ ਹੁਣ ਤਾਂ ਥੋੜ੍ਹਾ ਜਿਹਾ ਸਰੀਰ ਭਾਰਾ ਹੋ ਗਿਆ ਜਾਂ ਹੁਣ ਤੁਸੀਂ ਦਿਖਣ 'ਚ ਥੋੜ੍ਹੇ ਜਿਹੇ ਵੱਖਰੇ ਲੱਗਣ ਲੱਗ ਗਏ ਜਾਂ ਨਹੀਂ ਉਹ ਤਾਂ ਆਂਟੀ ਜੀ ਲੱਗਦੀ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਓਵਰਕਮ ਕਰਨ ਦੇ ਵਿੱਚ ਇਹ ਮਿਸਿਸ ਕੰਟੈਸਟ ਆ ਜਿਹੜੀ ਬੇਸ਼ੱਕ ਲੇਟ ਸ਼ੁਰੂ ਹੋਈ ਆ, 1984 ਦੇ ਵਿੱਚ ਸ਼ੁਰੂ ਹੋਈ ਆ, ਪਰ ਇੱਕ ਮਾਈਂਡਸੈਟ ਸਾਨੂੰ ਦੇ ਰਹੀ ਆ ਕਿ ਜੇ ਅਸੀਂ ਆਪਣੇ ਆਪ ਦੇ ਉੱਤੇ ਕੰਮ ਕਰਦੇ ਰਹਿੰਦੇ ਹਾਂ, ਆਪਣੇ ਆਪ ਦਾ ਸੈਲਫ ਕੌਨਫੀਡੈਂਸ ਵਧਾਉਂਦੇ ਰਹਿੰਦੇ ਹਾਂ, ਆਪਣੇ ਆਪ ਦੀ ਨੌਲੇਜ ਵਧਾਉਂਦੇ ਰਹਿੰਦੇ ਆ ਤਾਂ ਸਾਨੂੰ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਹੈ ਜਿਹੜੀ ਪਿੱਛੇ ਖਿੱਚ ਸਕੇ। ਸਾਨੂੰ ਆਪਣੇ ਆਪ ਨੂੰ ਐਡਮਿਟ ਕਰਨਾ ਔਰ ਸਭ ਤੋਂ ਵਧੀਆ ਚੀਜ਼ ਉਸ ਫੇਜ਼ ਨੂੰ ਇੰਜੋਏ ਕਰਨਾ। ਉਮਰ ਨੇ ਹਮੇਸ਼ਾ ਵੱਧਦੀ ਰਹਿਣਾ, ਕੋਈ ਫਰਕ ਨਹੀਂ ਪੈਂਦਾ ਕਿ ਸਰਗਮ ਕੌਸ਼ਲ 32 ਸਾਲ ਦੇ ਆ, ਪਰ ਫਰਕ ਇਸ ਚੀਜ਼ ਨਾਲ ਪੈਂਦਾ ਕਿ ਉਹ ਆਪਣੀ ਲਾਈਫ ਨੂੰ ਇੰਜੋਏ ਕਿਵੇਂ ਕਰ ਰਹੇ ਆ, ਉਹਨਾਂ ਨੇ ਆਪਣੀ ਲਾਈਫ ਦੇ ਇਸ ਫੇਜ਼ ਨੂੰ ਕਿਵੇਂ ਪ੍ਰੋਡਕਟਿਵ ਤਰੀਕੇ ਦੇ ਨਾਲ ਇੰਜੋਏ ਕੀਤਾ, ਕਿਵੇਂ ਆਪਣੇ ਐਂਬੀਸ਼ਨਸ ਦੇ ਉੱਤੇ ਕੋਈ ਆਪਣੀ ਉਡਾਰੀ ਦੇ ਉੱਤੇ ਆਪਣੇ ਖੰਭਾਂ ਦੇ ਉੱਤੇ ਕੋਈ ਵੀ ਉਹਨਾਂ ਨੇ ਬੋਝ ਨਹੀਂ ਪਾਇਆ, ਆਪਣੇ ਆਪ ਨੂੰ ਪੂਰੀ ਖੁੱਲ੍ਹ ਦਿੱਤੀ ਜੋ ਉਹ ਕਰਨਾ ਚਾਹੁੰਦੇ ਸੀ। ਔਰ ਇਹ ਇੱਕ ਹੋ ਸਕਿਆ ਉਹਨਾਂ ਦੇ ਚੰਗੇ ਪਾਰਟਨਰ ਦੇ ਕਰਕੇ। ਸਾਡੇ ਸਾਰਿਆਂ ਵੱਲੋਂ ਸਰਗਮ ਕੌਸ਼ਲ ਨੂੰ ਬਹੁਤ ਬਹੁਤ ਮੁਬਾਰਕਬਾਦ, ਬਹੁਤ ਬਹੁਤ ਵਧਾਈਆਂ। ਨਾਲ ਹੀ ਨਾਲ ਇੱਕ 2001 ਦੇ ਵਿੱਚ ਇਸ ਖਿਤਾਬ ਨੂੰ ਜਿਨ੍ਹਾਂ ਨੇ ਆਪਣੇ ਨਾਮ ਕੀਤਾ ਸੀ ਡਾਕਟਰ ਅਦਿਤੀ ਗੋਵਿਤਰੀਕਰ, ਉਹਨਾਂ ਨੇ ਆਪਣੀ ਇੱਕ ਸਟੇਟਮੈਂਟ ਦੇ ਵਿੱਚ ਕਿਹਾ ਸੀ ਕਿ ਨਥਿੰਗ ਲੈਫਟ ਇਨ ਦਾ ਗਲੈਮਰ ਵਰਲਡ। ਜਦੋਂ ਤੁਸੀਂ ਮਿਸਿਸ ਬਣ ਜਾਂਦੇ ਹੋ ਤੇ ਮੈਂ ਇਹ ਪ੍ਰੂਵ ਕਰਨਾ ਚਾਹੁੰਦੀ ਸੀ ਕਿ ਗਲੈਮਰ ਦੀ ਦੁਨੀਆ ਦਾ ਮਿਸ ਜਾਂ ਮਿਸਿਸ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਇੱਕ ਬਤੌਰ ਡਾਕਟਰ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਤੇ ਮਿਸਿਸ ਵਰਲਡ 2001 ਉਹ ਬਣੇ ਸੀ। ਉਹਨਾਂ ਦੀ ਇਹ ਸਟੇਟਮੈਂਟ ਸਾਨੂੰ ਸਾਰਿਆਂ ਨੂੰ ਇਸ ਚੀਜ਼ 'ਤੇ ਸੋਚਣ ਲਈ ਮਜਬੂਰ ਕਰ ਦਿੰਦੀ ਆ ਕਿ
ਗਲੈਮਰ ਦੀ ਦੁਨੀਆ ਦਾ ਵਿਆਹ ਨਾਲ ਕੋਈ ਸੰਬੰਧ ਨਹੀਂ ਆ। ਅਸੀਂ ਸੋਚਦੇ ਹਾਂ ਕਿ ਇਸ ਐਕਟਰੈਸ ਦਾ ਹੁਣ ਵਿਆਹ ਹੋ ਗਿਆ, ਹੁਣ ਸ਼ਾਇਦ ਇਹਦਾ ਕਰੀਅਰ ਖਤਮ ਹੋ ਗਿਆ। ਇਹਦੀ ਐਗਜ਼ਾਮਪਲ ਪੰਜਾਬੀ ਇੰਡਸਟਰੀ ਦੇ ਵਿੱਚ ਨੀਰੂ ਬਾਜਵਾ ਨੇ। ਸੋ ਜਦੋਂ ਵੀ ਤੁਹਾਨੂੰ ਕੋਈ ਇਹੋ ਜਿਹੀਆਂ ਬੰਦਿਸ਼ਾਂ ਤੁਹਾਨੂੰ ਲੱਗ ਰਹੀਆਂ ਕਿ ਕੋਈ ਚੀਜ਼ ਤੁਹਾਨੂੰ ਪਿੱਛੇ ਖਿੱਚ ਰਹੀ ਆ, ਤੁਸੀਂ ਆਪਣੇ ਕੌਨਫੀਡੈਂਸ ਦੇ ਨਾਲ ਉਸ ਚੀਜ਼ ਤੋਂ ਕਿਵੇਂ ਉੱਭਰਨਾਗਾ, ਇਹ ਸਰਗਮ ਕੌਸ਼ਲ ਨੇ ਸਾਨੂੰ ਸਿਖਾ ਦਿੱਤਾ। ਸੋ ਆਸ ਕਰਦੇ ਹਾਂ ਕਿ ਤੁਸੀਂ ਸਾਡੀ ਗੱਲਾਂ ਦੇ ਵਿੱਚੋਂ ਗੱਲ ਕੜੀ ਦੀ ਇਸ ਗੱਲਬਾਤ ਨੂੰ ਜ਼ਰੂਰ ਪਸੰਦ ਕੀਤਾ ਹੋਏਗਾ। ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।